ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਅਗਰ ਆਪਾਂ ਸੰਸਾਰ ਦੇ ਅੰਦਰ ਝਾਤ ਮਾਰੀਏ, ਕਿਹੜਾ ਐਸਾ ਪ੍ਰਾਣੀ ਆ ਜਿਹਨੂੰ ਆਪਣੀ ਲੋਕਪ੍ਰਿਯਤਾ ਜਿਹੜੀ ਆ ਉਹ ਸੰਸਾਰ ਦੇ ਵਿੱਚ ਪਿਆਰੀ ਨਹੀਂ ਹੁੰਦੀ। ਕਿਉਂਕਿ ਇਨਸਾਨ ਦੀ ਦੌੜ ਆ ਕਿ ਉਹਦੇ ਕੋਲ ਧਨ ਹੋਵੇ, ਉੱਚਾ ਰੁਤਬਾ ਹੋਵੇ, ਔਰ ਖਾਸ ਕਰਕੇ ਉਹਦੀ ਜਿਹੜੀ ਲੋਕਪ੍ਰਿਯਤਾ ਹੈਗੀ ਆ, ਜਿਹੜੀ ਸ਼ੋਭਾ ਹੈਗੀ ਆ ਨਾ, ਉਹ ਸੰਸਾਰ ਦੇ ਵਿੱਚ ਸਭ ਤੋਂ ਜ਼ਿਆਦਾ ਹੋਵੇ। ਇਸ ਕਰਕੇ ਜਾਇਜ਼ ਨਜਾਇਜ਼ ਤਰੀਕਿਆਂ ਦੇ ਨਾਲ, ਖਾਸ ਕਰਕੇ ਜਿਹੜੇ ਰਾਜਨੀਤਿਕ ਲੋਕੀ ਆ, ਉਹ ਇਹਨਾਂ ਕੰਮਾਂ ਦੇ ਵਿੱਚ ਦਿਨ ਰਾਤ ਇੱਕ ਕਰ ਦਿੰਦੇ ਆ। ਪਰ ਐਸਾ ਬਹੁਤ ਘੱਟ ਦੇਖਿਆ ਗਿਆ ਹੈ ਕਿ ਜਿਹੜੇ ਆਦਮੀ ਆਪਣੀ ਸ਼ੋਭਾ ਨੂੰ ਵੀ ਸੰਸਾਰ ਦੇ ਵਿੱਚ ਲੱਤ ਮਾਰ ਦਿੰਦੇ ਆ। ਲੇਕਿਨ ਇਹੋ ਜਿਹੇ ਆਦਮੀ ਦੀ ਗਿਣਤੀ ਸੈਂਕੜੇ ਹਜ਼ਾਰਾਂ 'ਚੋਂ ਨਹੀਂ, ਲੱਖਾਂ ਦੇ ਵਿੱਚੋਂ ਕੋਈ ਬਿਰਲਾ ਆਦਮੀ ਹੁੰਦਾ ਹੈ ਜਿਸ ਨੂੰ ਆਪਣੀ ਜਿਹੜੀ ਲੋਕਪ੍ਰਿਯਤਾ ਹੈ ਨਾ, ਉਹ ਇੰਨੀ ਭੈੜੀ ਲੱਗਦੀ ਆ ਮਨ ਕਰਕੇ ਕਿ ਉਹ ਇਹੋ ਹੀ ਚਾਹੁੰਦਾ ਹੈਗਾ ਕਿ ਉਹ ਸੰਸਾਰ ਦੇ ਵਿੱਚ ਆ ਕੇ ਆਪਣੀ ਜਿਹੜੀ ਲੋਕਪ੍ਰਿਯਤਾ ਹੈਗੀ ਆ ਉਸ ਨੂੰ ਦਬਾ ਕੇ ਆਪਣੇ ਆਪ ਨੂੰ ਹਮੇਸ਼ਾ ਨੀਵਾਂ ਸਮਝ ਕੇ ਇਸ ਸੰਸਾਰ ਦੇ ਵਿੱਚ ਚੱਲੇ ਅਤੇ ਚੁੱਪ ਚਪੀਤਾ ਇਸ ਸੰਸਾਰ ਨੂੰ ਅਲਵਿਦਾ ਕਰਕੇ ਆਪਣਾ ਜੀਵਨ ਸੰਵਾਰ ਕੇ ਉਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪਹੁੰਚੇ। ਪਰ ਇਹੋ ਜਿਹੇ ਪ੍ਰਾਣੀ ਜਿਹੜੇ ਸ਼ੋਭਾ ਨੂੰ ਲੱਤ ਮਾਰਦੇ ਆ, ਇਹ ਪੂਜਣਯੋਗ ਹੁੰਦੇ, ਸਭ ਤੋਂ ਸ੍ਰੇਸ਼ਟ ਹੁੰਦੇ ਆ, ਕਿਉਂਕਿ ਸਭ ਤੋਂ ਉੱਚੇ ਸੰਤ ਮਹਾਂਪੁਰਖ ਉਹ ਹੀ ਹੁੰਦੇ ਜਿਹੜੇ ਸ਼ੋਭਾ ਨੂੰ ਲੱਤ ਮਾਰਦੇ ਆ। ਸੋ ਦਾਸ ਅੱਜ ਇਸੇ ਵਿਸ਼ੇ ਦੇ ਉੱਤੇ ਉਹਨਾਂ ਮਹਾਂਪੁਰਖਾਂ ਦਾ ਜਿਹੜਾ ਜੀਵਨ ਚਰਿੱਤਰ ਦੇ ਇੱਕ ਦੋ ਪ੍ਰਮਾਣ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ, ਜਿਨ੍ਹਾਂ ਮਹਾਂਪੁਰਖਾਂ ਨੇ ਆਪਣੀ ਸ਼ੋਭਾ ਦਾ ਇੱਕ ਵੀ ਅੰਸ਼ ਜਿਹੜਾ ਹੈ ਨਾ ਇਸ ਸੰਸਾਰ ਦੇ ਵਿੱਚ ਖਿਲਰ ਨਹੀਂ ਦਿੱਤਾ, ਆਪਣੇ ਆਪ ਨੂੰ ਸ਼ੋਭਾ ਤੋਂ ਇੰਨਾ ਦੂਰ ਰੱਖਿਆ। ਉਹਨਾਂ ਨੂੰ ਪਤਾ ਕਿ ਜਿਹੜੀ ਸ਼ੋਭਾ ਹੈਗੀ ਆ ਉਹਨਾਂ ਦੇ ਵਾਸਤੇ ਜ਼ਹਿਰ ਹੈ। ਸੋ ਇਸ ਜ਼ਹਿਰ ਤੋਂ ਦੂਰ ਰਹਿਣ ਵਾਸਤੇ ਉਹਨਾਂ ਮਹਾਂਪੁਰਖਾਂ ਨੇ ਕਿਵੇਂ ਸ਼ੋਭਾ ਨੂੰ ਲੱਤ ਮਾਰੀ ਆ, ਇਸ ਦੀ ਉਦਾਹਰਨ ਜਿਹੜੀ ਹੈ ਨਾ, ਇੱਕ ਇੰਦੌਰ ਦੀ ਮਹਾਰਾਣੀ ਹੋਈ ਆ। ਇਸ ਇੰਦੌਰ ਦੀ ਮਹਾਰਾਣੀ ਦਾ ਨਾਂ ਸੀ ਅਹਿल्या ਬਾਈ ਹੋਲਕਰ। ਇਹ ਜਿਹੜੀ ਰਾਣੀ ਸੀ ਹੈ ਨਾ, ਇਹ ਸ਼ਿਵ ਭਗਤ ਸੀਗੀ। ਸੋ ਇਹ ਜਿਹੜੀ ਰਾਣੀ ਸੀ, ਇਹ ਆਪਣੇ ਕਾਰਜ ਦੇ ਵਿੱਚ, ਆਪਣੇ ਕੰਮਾਂ ਦੇ ਵਿੱਚ ਜਿੰਨਾ ਚਿਰ ਇਹਨੇ ਰਾਜ ਕੀਤਾ ਹੈ ਨਾ, ਸਾਰੇ ਰਾਜ ਦੇ ਅੰਦਰ ਇਹਨੇ ਇੰਨੇ ਵਧੀਆ ਕੰਮ ਕੀਤੇ ਆ ਕਿ ਦੁਨੀਆ ਇਸ ਰਾਣੀ ਨੂੰ ਰੱਬ ਵਾਂਗੂ ਪੂਜਦੀ ਸੀ। ਸੋ ਇਸ ਰਾਣੀ ਨੇ ਕਾਸ਼ੀ ਦੇ ਵਿੱਚ ਇੱਕ ਵਿਸ਼ਵਨਾਥ ਮੰਦਿਰ ਵੀ ਬਣਾਇਆ ਹੈਗਾ। ਸੋ ਇਸ ਦੇ ਇਹਨਾਂ ਕੰਮਾਂ ਨੂੰ ਦੇਖਦੇ ਹੋਏ ਇੱਕ ਕਾਸ਼ੀ ਦਾ ਵਿਦਵਾਨ ਸੀਗਾ, ਉਸ ਨੇ ਹੈ ਇਸ ਰਾਣੀ ਦੇ ਨਾਂ ਦੇ ਉੱਤੇ ਅਹਿल्या ਬਾਈ ਹੋਲਕਰ ਚਰਿੱਤਰ ਇੱਕ ਗ੍ਰੰਥ ਲਿਖਿਆ। ਇਹ ਗ੍ਰੰਥ ਲਿਖਣ ਨੂੰ ਉਹਨੂੰ ਕਈ ਮਹੀਨੇ ਲੱਗੇ। ਇੰਨਾ ਉਹਨੇ ਸੁੰਦਰ ਗ੍ਰੰਥ ਇਸ ਰਾਣੀ ਦੇ ਵਾਸਤੇ ਲਿਖਿਆ। ਜਦ ਉਹਦਾ ਇਹ ਗ੍ਰੰਥ ਪੂਰਨ ਹੋਇਆ ਨਾ, ਉਹ ਜਿਹੜਾ ਵਿਦਵਾਨ ਸੀਗਾ, ਇਹ ਗ੍ਰੰਥ ਲੈ ਕੇ ਅਹਿल्या ਬਾਈ ਹੋਲਕਰ ਨੂੰ ਦੇਣ ਵਾਸਤੇ ਇੱਕ ਖਾਸ ਮੌਕੇ 'ਤੇ ਉਹਦੇ ਦੀਵਾਨ ਦੇ ਵਿੱਚ ਪਹੁੰਚਿਆ ਸੀਗਾ। ਜਦੋਂ ਪਹੁੰਚਿਆ ਸੀਗਾ, ਉਸ ਟਾਈਮ ਅਹਿल्या ਬਾਈ ਹੋਲਕਰ ਦੀ ਜਿਹੜੀ ਰਿਹਾਇਸ਼ ਸੀਗੀ ਉਹਨਾਂ ਟਾਈਮਾਂ ਦੇ ਵਿੱਚ ਨਰਮਦਾ ਨਦੀ ਦੇ ਕਿਨਾਰੇ ਜਿਹੜਾ ਇੱਕ ਮਹੇਸ਼ਵਰ ਇਲਾਕਾ ਹੈਗਾ, ਉੱਥੇ ਸੀਗੀ। ਜਦ ਇਹ ਵਿਦਵਾਨ ਉੱਥੇ ਗਿਆ, ਉਸ ਵੱਡੇ ਭਾਰੇ ਇਜਲਾਸ ਇਕੱਠ ਦੇ ਵਿੱਚ ਇਸ ਨੇ ਜਿਹੜਾ ਆਪਣਾ ਲਿਖਿਆ ਹੋਇਆ ਗ੍ਰੰਥ ਆ, ਇਸ ਰਾਣੀ ਨੂੰ ਭੇਟ ਕੀਤਾ। ਜਦੋਂ ਰਾਣੀ ਨੂੰ ਭੇਟ ਕੀਤਾ ਅਤੇ ਜਦ ਰਾਣੀ ਨੇ ਉਹਨੂੰ ਪੁੱਛਿਆ ਵੀ ਇਹ ਗ੍ਰੰਥ ਕੀ ਆ, ਜਦ ਉਸ ਵਿਦਵਾਨ ਨੇ ਰਾਣੀ ਨੂੰ ਦੱਸਿਆ ਕਿ ਇਹ ਗ੍ਰੰਥ ਦਾ ਨਾਂ ਅਹਿल्या ਬਾਈ ਹੋਲਕਰ ਚਰਿੱਤਰ ਹੈਗਾ। ਇਹਦੇ ਵਿੱਚ ਆਪ ਨੇ ਜੋ ਦੁਨੀਆ 'ਚ ਕੰਮ ਕੀਤੇ ਆ ਨਾ, ਆਪ ਦੇ ਚਰਿੱਤਰਾਂ ਨੂੰ ਦੁਨੀਆ ਦੇ ਵਿੱਚ ਬੜੇ ਸੁੰਦਰ ਤਰੀਕੇ ਦੇ ਨਾਲ ਪਰੋ ਕੇ ਮੈਂ ਇਹ ਗ੍ਰੰਥ ਤਿਆਰ ਕੀਤਾ ਹੈਗਾ। ਜਦੋਂ ਅਹਿल्या ਬਾਈ ਨੇ ਇੰਨੀ ਗੱਲ ਸੁਣੀ ਕਿ ਇਹ ਸਾਰਾ ਗ੍ਰੰਥ ਇਸ ਵਿਦਵਾਨ ਨੇ ਮੇਰੀ ਸ਼ੋਭਾ ਦੇ ਵਿੱਚ ਲਿਖ ਦਿੱਤਾ ਹੈਗਾ, ਉਸ ਟਾਈਮ ਦੇਖੋ ਅਹਿल्या ਬਾਈ ਹੋਲਕਰ ਦਾ ਜਿਹੜਾ ਚਿਹਰਾ ਸੀ ਬੜਾ ਉਦਾਸ ਹੋ ਗਿਆ, ਉਹ ਚੁੱਪ ਕਰ ਗਏ। ਪਰ ਕਿਉਂਕਿ ਇਹ ਗ੍ਰੰਥ ਉਸ ਪੰਡਿਤ ਵਿਦਵਾਨ ਨੇ ਦੱਸਿਆ ਸੀ ਕਿ ਮੇਰੀ ਕਈਆਂ ਮਹੀਨਿਆਂ ਦੀ ਮਿਹਨਤ ਦਾ ਨਤੀਜਾ ਹੈਗਾ। ਪਰ ਦੇਖੋ ਇਹ ਅਹਿल्या ਬਾਈ ਹੋਲਕਰ ਕੁਛ ਟਾਈਮ ਚੁੱਪ ਰਹੀ। ਉਸ ਤੋਂ ਬਾਅਦ ਇਹਨੇ ਆਪਣਾ ਜਿਹੜਾ ਇੱਕ ਸੇਵਕ ਸੀ ਉਹਨੂੰ ਆਵਾਜ਼ ਮਾਰ ਕੇ ਕਹਿਣ ਲੱਗੀ ਕਿ ਅੰਦਰੋਂ ਜਾ ਕੇ ਨਾ ਸੋਨੇ ਦੀ ਇੱਕ ਥੈਲੀ ਲੈ ਕੇ ਆ, ਮੋਹਰਾਂ ਦੀ। ਜਦੋਂ ਉਹਦਾ ਜਿਹੜਾ ਨੌਕਰ ਸੀ ਅੰਦਰੋਂ ਸੋਨੇ ਦੀ ਥੈਲੀ ਮੋਹਰਾਂ ਦੀ ਲੈ ਕੇ ਆਇਆ, ਤਾਂ ਅਹਿल्या ਬਾਈ ਨੇ ਉਸ ਵਿਦਵਾਨ ਨੂੰ ਸੋਨੇ ਦੇ ਮੋਹਰਾਂ ਦੀ ਥੈਲੀ ਭੇਟ ਕੀਤੀ ਅਤੇ ਨਾਲ ਇਹ ਵੀ ਆਖਿਆ ਕਿ ਇਹ ਜਿਹੜੀ ਕੀਮਤ ਹੈਗੀ ਆ, ਇਹ ਕੀਮਤ ਤੈਨੂੰ ਤੇਰੇ ਜੋ ਤੂੰ ਮੇਰੇ ਪ੍ਰਤੀ ਗ੍ਰੰਥ ਲਿਖਿਆ ਹੈਗਾ, ਉਸ ਗ੍ਰੰਥ ਦੀ ਭੇਟਾ ਜਿਹੜੀ ਆ ਮੈਂ ਤੈਨੂੰ ਦੇ ਰਹੀ ਹਾਂ। ਪਰ ਜਦ ਇਸ ਨੇ ਮੋਹਰਾਂ ਦਿੱਤੀਆਂ ਸੀ ਹੈ ਨਾ, ਤਾਂ ਫਿਰ ਉਹ ਜਿਹੜਾ ਵਿਦਵਾਨ ਸੀਗਾ, ਉਹ ਅਹਿल्या ਬਾਈ ਦੇ ਚਿਹਰੇ ਦੀ ਜਿਹੜੀ ਉਦਾਸੀ ਸੀਗੀ ਉਹਨੂੰ ਦੇਖ ਕੇ ਕਹਿਣ ਲੱਗਾ
कि आप मैनू नाम तो जरूर दे रहे सोने दियां मोहरां, पर इन्ने उदास मन दे नाल तुसीं मैनू ये मोहरां भेंट कर रहे आ, तो लगदा हैगा कि तुहानूं इस ग्रंथ बारे हजे कोई जानकारी नहीं आ। जे तुसीं कहो तो तुसीं है ना ਇਹਦਾ कोई ना कोई अपने जीवन दे विच जो तुसीं संसार दे भले दे वास्ते कीता हैगा, कोई एक पन्ना पढ़ के देखो, फिर तुहानूं पता लगूगा कि आपने ना संसार दे विच किन्ने महान काम कीते आ। जद इन्नी गल हुई तो फिर अहिल्या बाई ने उस पंडित नूं आख्या सी, कहण लगे कि मैनू ये ग्रंथ खोलण दी कोई लोड़ नहीं, ये जिस तरह हैगा इहनूं इस तरह रहण दे। जद इन्नी गल हुई तो फिर काशी दा पंडित जिहड़ा सी अहिल्या बाई नूं कहण लगा कि जे तुसीं ने खोलਣਾ तो मैं तुहानूं इस ग्रंथ दे विचों कोई जिस जगह तुसीं कहोगे उत्थों कोई ना कोई आप जी दा जिहड़ा सुंदर चरित्र वा ना सारे अजलास दे विच पढ़ के सुना सकदा। अहिल्या बाई ने जद ये दस्सिया, अहिल्या बाई कहंदी नहीं, किसी चीज़ की कोई लोड़ नहीं, बस तैनूं तेरी मेहनत मिल गई है। उस तो बाद फिर अहिल्या बाई ने अपने सिपाही बुलाए, सिपाहियां नूं बुला के ये आख्या कि ये जिहड़ा ग्रंथ वा इस काशी दे विद्वान ने मैनूं भेंट कीता हैगा, इस ग्रंथ नूं एक बहुत वड्डी सिला दे नाल बन के नर्मदा नदी दे विच पूरी तरह डोब दिओ, ते वो तद तक डुबिया रहना चाहिए है जद तक ये ग्रंथ पूरी तरह पानी विच गल नहीं जाता। जद वो काशी के पंडित ने सुनिया सगा तो वो बड़ा हक्का बक्का हो गया कि मैं इन्नी महीनों की मेहनत करके इस राणी का जो चरित्र सुंदर चरित्र है इस ग्रंथ 'च वर्णन किया, पर इन्हें ग्रंथ डोबण की पानी 'च गल करती। फिर वो काशी के पंडित ने कहा सगा कि दसो तुसीं इस ग्रंथ नूं पढ़िया नहीं, सुनिया नहीं, तुसीं डोबण वास्ते क्यों किया? तो फिर अहिल्या बाई ने कहा सी, वो कहण लगे सी कि तूं जदों मेरे है ना सुंदर चरित्र इस ग्रंथ दे विच लिखे आ, तो इस ग्रंथ दे विच मेरे सुंदर चरित्र लिखण नाल तेरी सारी जिहड़ी विद्या है ना वो नष्ट हो गई आ। क्यों? क्योंकि ये जिहड़ी तारीफ झूठी आ संसार दे विच वो तां मेरी हो सकदी आ। तूं इस झूठी तारीफ लिखण दे नाल अपना जिहड़ा समां भी बर्बाद कीता, उत्थे ये जिहड़ा ग्रंथ लिखना तेरा सारा ये व्यर्थ चला गया है। अगर तू मेरी इस झूठी तारीफ दे छड्ड के उस अकाल पुरख वाहिगुरू परमात्मा दे प्रेम दे विच कोई ग्रंथ लिख दिंदा तां फिर ये ग्रंथ दी जिहड़ी आ कीमत इस संसार दे विच अमुੱਲ होनी सी। ये ग्रंथ फिर भली भूत होना सीगा। देखो ये सुन के जिहड़ा फिर काशी दा पंडित जे बाकी जिन्ने अजलास दे होर लोकी सी सारे दंग रह गए सी। ये है कि अपनी शोभा नूं संसार दे विच लत मार देनी, अपनी शोभा तो दूर हो जाना, लेकिन इहो ਜਿਹੇ ਕੰਮ ਜਿਹੜੇ है ना वो ब्रह्म ਗਿਆਨੀ मनुख ही कर सकते हैं। जिवें भाई साहब भाई वीर सिंह हुणां दे जीवन दे विच भी आउंदा कि भाई साहब हुणां ने अपने जीवन दे विच एडी वड्डी कलम चलाई आ ना, एडे वैरागमई उन्होंने जो इतिहास सिख इतिहास गुरु नानक चमत्कार, कलगीधर चमत्कार, अष्टगुरु चमत्कार और अनेका ग्रंथ लिखे आ। ते और खास करके धन धन साहब श्री गुरु ग्रंथ साहब की जिहड़ी शब्दां की व्याख्या इस ढंग दे नाल कीती आ कि एडी सारी उम्र की देण तो बाद उन्हां नूं देखो भारत सरकार ने पद्म श्री अवार्ड दे नाल सन्मानित कीता सी। तो पर ये जिहड़ा पद्म श्री सी ये भाई साहब ने लैण तो बिल्कुल ना कर दित्ती सी, पर क्योंकि ये ऐलान हो चुकिया सीगा इस करके ये जिहड़ा पद्म श्री अवार्ड भाई साहब भाई वीर सिंह हुणां नूं मिलिया सीगा, ये अवार्ड जिहड़ा सीगा ये भाई साहब नूं फिर सरकार वालों घर भेजिया गया सीगा। पर भाई साहब ये अवार्ड लैके खुश नहीं होए सी। उस तो बाद एक डॉक्टर का अवार्ड भी भाई साहब भाई वीर सिंह हुणां नूं जिहड़ा वो दिता गया सीगा, पर भाई साहब ने भी ये अवार्ड लैण तो ना कर दित्ती सी। ते फिर भी वो जिहड़ा डॉक्टर का अवार्ड सर्टिफिकेट सीगा है ना वो भाई साहब दे नाल जुड़ गया सीगा, इन्हां नूं घर भेजिया गया सी। और इन्हां दियां पूरे संसार नूं सिख पंथ वालों जिन्नियां दित्तियां बड़मूलियां सेवावां उस सेवावां दे बदले पूरे भारत वर्ष की पूरी दुनिया के जिन्ने भी साधु महापुरख होया उन्होंने ना भाई साहब भाई वीर सिंह हुणां नूं एक अभिनंदन ग्रंथ जिहड़ा सीगा वो भेंट कीता सीगा। पर जिहड़ा अभिनंदन ग्रंथ सी इस विच जिन्ने भी संसार के साधु ऋषि मुनि होए उन्होंने अपने विचार लिखे आ, पर भाई साहब ने यह भी ग्रंथ लैण तो ना कर दित्ती सी। पर संगत दे बहुत जोर देण दे उत्ते एक वड्डा अजलास उन्हां टाइमां दे विच जद बुलाया गया सी, ਉਹਦੇ ਵਿੱਚ फिर भाई साहब भाई वीर सिंह हुणां नूं सद्दिया गया सी। पर क्योंकि ये जिहड़ा सारा अजलास सी साध संगत ਵੱਲੋਂ होया सीगा ते जिस करके भाई साहब भाई वीर सिंह हुणां नूं इस अजलास दे विच आउणा पिया सीगा।
ਪਰ ਜਦੋਂ ਉਹ ਸੰਗਤ ਦੇ ਵਿੱਚ ਬੈਠੇ ਸੀਗੇ ਤੇ ਜਦੋਂ ਇਹ ਗ੍ਰੰਥ ਭੇਟਾ ਕਰਨ ਦਾ ਐਲਾਨ ਹੋਇਆ ਸੀ, ਭਾਈ ਸਾਹਿਬ ਭਾਈ ਵੀਰ ਸਿੰਘ ਹੁਣੀ ਆਪਣੀ ਕੁਰਸੀ ਤੋਂ ਗ੍ਰੰਥ ਲੈਣ ਵਾਸਤੇ ਸਟੇਜ ਦੇ ਉੱਤੇ ਨਹੀਂ ਸੀ ਗਏ। ਜਦ ਨਹੀਂ ਸੀ ਗਏ ਤਾਂ ਫਿਰ ਉਸ ਟਾਈਮ ਸਾਧ ਸੰਗਤ ਨੇ ਇਹ ਜਿਹੜਾ ਗ੍ਰੰਥ ਸੀਗਾ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਨੂੰ ਸਟੇਜ ਤੋਂ ਉਤਰ ਕੇ ਜਿਹੜਾ ਸੀ ਦਿੱਤਾ ਸੀ। ਪਰ ਉਸ ਟਾਈਮ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਦੀ ਹਾਲਤ ਜਿਹੜੀ ਸੀ ਨਾ ਇੰਨੀ ਭਾਵਕ ਹੋ ਚੁੱਕੀ ਸੀਗੀ, ਤੇ ਉਹਨਾਂ ਨੇ ਫਿਰ ਸੰਗਤ ਨੂੰ ਇਹ ਬੇਨਤੀ ਕੀਤੀ ਸੀ ਕਿ ਅਗਰ ਇਹ ਗ੍ਰੰਥ ਤੁਸੀਂ ਮੈਨੂੰ ਦੇਣਾ ਹੈਗਾ ਤੇ ਫਿਰ ਭਾਈ ਮੈਂ ਇਹ ਗ੍ਰੰਥ ਇਸ ਤਰ੍ਹਾਂ ਨਹੀਂ ਲੈਣਾ, ਤੁਸੀਂ ਇਸ ਗ੍ਰੰਥ ਨੂੰ ਜਿਵੇਂ ਆਪਾਂ ਪ੍ਰਸ਼ਾਦ ਦਿੰਦੇ ਨਾ, ਇਸ ਪ੍ਰਸ਼ਾਦ ਦੀ ਤਰ੍ਹਾਂ ਮੈਂ ਜਿਹੜਾ ਭੇਟਾ 'ਚ ਸਵੀਕਾਰ ਕਰ ਸਕਦਾ ਹਾਂ। ਦੇਖੋ ਐਡੀ ਨਿਮਰਤਾ ਭਾਵ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਨੇ ਜਿਹੜੀ ਸੀਗੀ ਉਹ ਆਪਣੇ ਜੀਵਨ ਦੇ ਵਿੱਚ ਪੂਰੇ ਦੁਨੀਆ ਨੂੰ ਦਿਖਾਲੀ ਸੀ। ਪਰ ਫਿਰ ਵੀ ਦੇਖੋ ਸਤਿਕਾਰ ਵਜੋਂ ਇਹ ਗ੍ਰੰਥ ਜਿਹੜਾ ਸੀਗਾ ਉਹਨਾਂ ਨੂੰ ਭੇਟ ਕੀਤਾ ਗਿਆ। ਉਹਨਾਂ ਨੇ ਗ੍ਰੰਥ ਭੇਟਾ ਹੁੰਦੇ ਜਿਹੜਾ ਸੀ ਇਸ ਨੂੰ ਨਮਸਕਾਰ ਕਰਕੇ ਪਰੇ ਕਰ ਦਿੱਤਾ ਸੀ। ਪਰ ਜਦ ਗ੍ਰੰਥ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਘਰ ਗਿਆ ਸੀਗਾ, ਸੰਗਤ ਨੇ ਬਹੁਤ ਕਿਹਾ ਕਿ ਤੁਸੀਂ ਜਿਹੜਾ ਹੈ ਨਾ ਇਸ ਗ੍ਰੰਥ ਨੂੰ ਖੋਲ੍ਹ ਕੇ ਦੇਖੋ ਇਹਦੇ ਵਿੱਚ ਕੀ ਲਿਖਿਆ। ਪਰ ਭਾਈ ਸਾਹਿਬ ਨੇ ਉਹ ਗ੍ਰੰਥ ਨਹੀਂ ਸੀ ਖੋਲ੍ਹਿਆ। ਪਰ ਸੰਗਤ ਦੇ ਜ਼ਿਆਦਾ ਜ਼ੋਰ ਦੇਣ ਦੇ ਉੱਤੇ ਜਦ ਇਸ ਗ੍ਰੰਥ ਨੂੰ ਜਿਹੜੇ ਸੰਗਤ ਨੇ ਖੋਲ੍ਹ ਕੇ ਥੋੜ੍ਹਾ ਜਿਹਾ ਪੜ੍ਹ ਕੇ ਜਦ ਭਾਈ ਸਾਹਿਬ ਭਾਈ ਵੀਰ ਸਿੰਘ ਨੂੰ ਸੁਣਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਇਸ ਗ੍ਰੰਥ ਦੇ ਸੈਂਟਰ ਦੇ ਵਿੱਚੋਂ ਜਿਹੜਾ ਪੇਜ ਨਿਕਲਿਆ ਸੀ ਉਹਦੇ ਵਿੱਚ ਕਿਸੇ ਬਹੁਤ ਵੱਡੇ ਮਹਾਰਿਸ਼ੀ ਮਹਾਤਮਾ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਜੋ ਸਿਫਤ ਸੀਗੀ ਉਹ ਸ਼ੁਰੂ ਤੋਂ ਹੀ ਜਿਹੜੀ ਸੀ ਇੱਕ ਲਾਈਨ ਪੰਕਤੀ ਦੇ ਵਿੱਚ ਜਦ ਭਾਈ ਸਾਹਿਬ ਨੇ ਸੁਣੀ ਤਾਂ ਭਾਈ ਸਾਹਿਬ ਨੇ ਉਸੇ ਟਾਈਮ ਬੇਨਤੀ ਕਰਦੀ ਕਿ ਇਸ ਗ੍ਰੰਥ ਨੂੰ ਬੰਦ ਕਰ ਦਿਓ। ਉਸ ਤੋਂ ਬਾਅਦ ਭਾਈ ਸਾਹਿਬ ਹੁਣਾਂ ਨੇ ਇਹ ਗ੍ਰੰਥ ਆਪਣੀ ਜ਼ਿੰਦਗੀ ਵਿੱਚ ਕਦੀ ਨਹੀਂ ਖੋਲ੍ਹਿਆ। ਇਹ ਅਭਿਨੰਦਨ ਗ੍ਰੰਥ ਜੋ ਰਿਸ਼ੀਆਂ ਮੁਨੀਆਂ ਸਾਧੂ ਸੰਤਾਂ ਵੱਲੋਂ ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਨੂੰ ਦਿੱਤਾ ਗਿਆ ਸੀਗਾ, ਦੇਖੋ ਉਹਨਾਂ ਨੇ ਇਹ ਗ੍ਰੰਥ ਜਿਹੜਾ ਹੈਗਾ ਇਸ ਦੇ ਦਰਸ਼ਨ ਕੀਤੇ ਬਗੈਰ ਇਸ ਗ੍ਰੰਥ ਨੂੰ ਜਿਹੜਾ ਘਰ ਦੇ ਵਿੱਚ ਉਸੇ ਤਰ੍ਹਾਂ ਰੱਖ ਦਿੱਤਾ ਹੈਗਾ। ਦੇਖੋ ਦੁਨੀਆ ਦੇ ਵਿੱਚ 2 ਅਭਿਨੰਦਨ ਗ੍ਰੰਥ ਇਸ ਭਾਰਤ ਵਰਸ਼ ਦੇ ਉੱਚ ਕੋਟੀ ਦੇ ਜਿਨ੍ਹਾਂ ਨੇ ਸੇਵਾਵਾਂ ਕੀਤੀਆਂ ਹੈਗੀਆਂ ਉਹਨਾਂ ਨੂੰ ਪ੍ਰਦਾਨ ਹੋਇਆ। ਇੱਕ ਰਵਿੰਦਰ ਨਾਥ ਟੈਗੋਰ ਅਤੇ ਦੂਸਰਾ ਭਾਈ ਸਾਹਿਬ ਭਾਈ ਵੀਰ ਸਿੰਘ ਹੋਣੀ। ਸੋ ਇਹੋ ਜਿਹੇ ਮਹਾਂਪੁਰਖ ਜਿਹੜੇ ਆ ਬਹੁਤ ਘੱਟ ਹੁੰਦੇ ਆ, ਲੱਖਾਂ ਕਰੋੜਾਂ ਦੇ ਵਿੱਚ ਉਹਨਾਂ ਦੀ ਗਿਣਤੀ ਹੁੰਦੀ ਆ। ਸੋ ਜਿਨ੍ਹਾਂ ਨੂੰ ਆਪਣੀ ਜਿਹੜੀ ਸੋਭਾ ਹੈਗੀ ਆ ਉਹ ਸੋਭਾ ਜ਼ਹਿਰ ਦਿਖਾਈ ਦਿੰਦੀ ਆ। ਸੋ ਇਹ ਸੋਭਾ ਉਹਨਾਂ ਦੇ ਉੱਤੇ ਭਾਰ ਹੁੰਦੀ ਆ। ਇਸੇ ਕਰਕੇ ਇਸ ਸੋਭਾ ਦੇ ਵਿੱਚੋਂ ਉਹ ਕੇਵਲ ਅਤੇ ਕੇਵਲ ਪਰਮੇਸ਼ਰ ਦਾ ਜੋ ਮਾਣ ਸਤਿਕਾਰ ਹੈ ਉਹਦੇ ਵਿੱਚ ਭਿੱਜ ਕੇ ਆਪਣੀ ਨਿਮਰਤਾ ਨੂੰ ਹਮੇਸ਼ਾ ਬਣਾਈ ਰੱਖਦੇ ਆ। ਸੋ ਦਾਸ ਇੰਨੇ ਹੀ ਵਚਨ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।